ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਸਾਧਾਂ ਨਾਲ ਖਰੇ ਸੌਦੇ ਦੀ ਚੱਲੀ। एक दिन बाबा नानक जी अपने घर में बैठे थे। मस्ताने तौर पर तां मेहता कालू बाहरों आया सी। आए कर देखे नानक जी अपनी चाली छड्डी नहीं। मेहता कालू देख कर बड़ा रंज होया ਅਤੇ आख्या उस हे पुत्र तेरा धोखा मैनू खाए गया है, तू समझदा नहीं। ਤਾਂ गुरु नानक जी आख्या, हे पिता जी ਹੁਣ ਸਾਨੂੰ ਬਖਸ਼ੋ ਜੀ। ਅੱਗੇ ਜੋ ਕੁਛ ਤੁਸੀਂ ਮੈਨੂੰ ਆਖੋਗੇ ਸੋਈ ਮੈਂ ਕਰਾਂਗਾ ਜੀ। ਤਾਂ ਕਾਲੂ ਆਖਿਆ, ਤੂੰ ਕੁਝ ਵਣਜ ਕਰਿਆ ਕਰ। ਬਾਬੇ ਜੀ ਕਿਹਾ, ਭਲਾ ਪਿਤਾ ਜੀ। ਤਾਂ ਕਾਲੂ ਕਿਹਾ ਨਾਨਕ ਜੀ ਨੂੰ 20 ਰੁਪਏ ਲੈ ਜਾਓ ਅਤੇ ਕੋਈ ਖਰਾ ਸੌਦਾ ਖਰੀਦ ਲੈ ਆਓ। ਜੇ ਇੱਕ ਵਾਰ ਖਰਾ ਸੌਦਾ ਘਰ ਆਵੇਂਗਾ ਤਾਂ ਫਿਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ। ਤਾਂ ਫਿਰ ਗੁਰੂ ਨਾਨਕ ਜੀ ਕਿਹਾ, ਭਲਾ ਪਿਤਾ ਜੀ ਤੁਸੀਂ ਆਪ ਦੇਖੋਗੇ ਜੋ ਮੈਂ ਕੈਸਾ ਸੌਦਾ ਕਰਾਂਗਾ। ਤਾਂ ਗੁਰੂ ਨਾਨਕ ਜੀ ਨੂੰ 20 ਰੁਪਏ ਦਿੱਤੇ। ਭਾਈ ਬਾਲੇ ਨੂੰ ਬੁਲਾਏ ਕਰ ਕਿਹਾ, ਸੁਣ ਬਾਲਾ ਤੂੰ ਸਿਆਣਾ ਹੈ, ਤੂੰ ਨਾਨਕ ਜੀ ਦੇ ਸੰਗ ਜਾ। ਜਿਵੇਂ ਇਹ ਵਣਜ ਕਰਨਾ ਸਿੱਖੇ ਤੂੰ ਇਸ ਦਾ ਸੰਗੀ ਹੈ। ਤਾਂ ਫਿਰ ਨਫਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਬਸਤਰ ਵੀ ਉਠਾਏ ਲਿੱਤੇ ਅਤੇ ਰੁਪਏ ਵੀ ਲੈ ਕੇ ਬਾਬੇ ਨਾਨਕ ਜੀ ਦੇ ਸੰਗ ਚੱਲਿਆ। ਮਹਿਤਾ ਕਾਲੂ ਨਗਰ ਦੇ ਬਾਹਰ ਕਿਤਨੀ ਕੁ ਦੂਰ ਤੱਕ ਸਿੱਖਿਆ ਦਿੰਦਾ ਨਾਲ ਤੁਰਿਆ ਗਿਆ। ਕਹੇ ਪੁੱਤਰ ਨਾਨਕ ਮੇਰੇ ਜੀਵਨੇ ਜੀ ਤੂੰ ਸਭੋ ਕੰਮਕਾਰ ਸੰਭਾਲ ਲਵੇਂ ਤਾਂ ਮੇਰਾ ਜਿਉ ਬਹੁਤ ਠੰਡਾ ਹੋਵੇ। ਤੇਰੇ ਜੰਮਿਆਂ 'ਤੇ ਮੈਨੂੰ ਇਹ ਭਰੋਸਾ ਹੋਇਆ ਸੀ ਜੋ ਜੈਸਾ ਮੈਂ ਪਦਾਰਥ ਕਮਾਉਂਦਾ ਹਾਂ ਮੇਰੇ ਹੀ ਇਹ ਬਹੁਤ ਕਮਾਵੇਗਾ, ਮੇਰਾ ਜਸ ਹੋਵੇਗਾ। ਸੋ ਤੂੰ ਵਣਜ ਕਰਨਾ ਸਿੱਖੇਂਗਾ, ਖੱਤਰੀਆਂ ਵਾਲੀ ਚਾਲੀ ਤੂੰ ਕਰੇਂਗਾ, ਬਹੁਤ ਸਾਰਾ ਪਦਾਰਥ ਖੱਟ ਕਰ ਘਰ ਲਿਆਵੇਂਗਾ ਤਾਂ ਮੇਰਾ ਜਿਉ ਠੰਡਾ ਹੋਵੇਗਾ। ਸੋ ਖਰਾ ਸੌਦਾ ਕਰੀਂ। ਐਸੇ ਸਿੱਖਿਆ ਦੇ ਕਰ ਕਾਲੂ ਪਿਛਾਂਹ ਮੁੜਿਆ। ਬਾਬਾ ਨਾਨਕ ਜੀ ਅਤੇ ਭਾਈ ਬਾਲਾ ਸੁਧਾਰੇ ਕਾਲੂ ਬਹੁਤ ਮੋਹ ਕਰਕੇ ਪਿਛਾਂਹ ਪਰਤ ਕੇ ਦੇਖਦਾ ਹੈ ਅਤੇ ਘਰ ਨੂੰ ਆਇਆ। ਬਾਲੇ ਨੂੰ ਗੁਰੂ ਨਾਨਕ ਜੀ ਵਾਰਤਾ ਸੁਣਾਉਂਦੇ ਭਗਤੀ ਵੈਰਾਗ ਗਿਆਨ ਨਾਲ ਮਿਲੀਆਂ ਹੋਈਆਂ ਸਨੇ ਚਲੇ ਜਾਂਦੇ ਹਨ। 12 ਕੋਸ ਪੰਧ ਗਏ ਤਾਂ ਇੱਕ ਵਨ ਹੈ, ਉੱਥੇ ਸੰਤ ਮੰਡਲੀ ਬੈਠੀ ਹੈ। ਤਪੱਸਵੀ ਤਪ ਕਰਦੇ ਹਨ, ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹਨ, ਕੋਈ ਸੰਤ ਖੜ੍ਹੇ ਹੋਏ ਹਨ, ਕੋਈ ਪਦਮ ਆਸਣ ਲਾਈ ਬੈਠੇ ਹਨ, ਕੋਈ ਧੂਣੀਆਂ ਤਪਦੇ ਹਨ, ਕੋਈ ਸਿਧਾਸਨ ਕਰ ਬੈਠੇ ਹਨ, ਕਈ ਏਕ ਕੁਪੀਨ ਪਹਿਰੇ ਹੋਰ ਕੱਪੜਾ ਤਿਆਗ ਬੈਠੇ ਹਨ। ਦਿਗੰਬਰ ਇੱਕ ਜਲ ਵਿੱਚ ਬੈਠੇ ਹਨ, ਇੱਕ ਪੁਸਤਕ ਪੜ੍ਹਦੇ ਹਨ, ਇੱਕ ਮੌਨ ਧਾਰੀ ਬੈਠੇ ਹੋਏ ਹਨ। ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ, ਇਸ ਸੁੱਖ ਤਿਆਗ ਕੇ ਕਿਨਾਰਾ ਕਰ ਏਕਾਂਤ ਬੈਠੇ ਹੋਏ ਹਨ। ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ। ਮਿਰਗਸ਼ਾਲਾ ਜਿਨ੍ਹਾਂ ਦੇ ਹੇਠ ਵਿਛੀ ਹੈ, ਬ੍ਰਿਛ ਕੀ ਤੁਚਾ ਜਿਨ ਕੀ ਕੁਪੀਨ ਹੈ, ਸਿਰ ਪਰ ਜੜਾਊਂ ਕਾ ਮੁਕਟ ਹੈ, ਅਰ ਹ੍ਰਿਦय में जिनके जगदीश का ध्यान है। ਇੱਕ ਸਾਧੂ ਪਾਸ ਪੁਸਤਕ ਪੜ੍ਹ ਰਿਹਾ ਹੈ,
इस संत सभा को देखकर बाबा नानक जी खड़े होकर देखने लगे। और भाई बाले प्रति बाबा नानक जी कहा, हे बाला, इस खरे सौदे नालों होर कोई सौदा चंगा नहीं। इस अमोल सौदे ਨੂੰ नहीं ਛੱਡ ਸਕਦਾ। ਪਿਤਾ ਜੀ ਦੀ ਆਗਿਆ ਵੀ ਖਰੇ ਸੌਦੇ ਦੀ ਹੈ, ਸੋ ਇਸ ਤੋਂ ਚੰਗਾ ਵਣਜ ਹੋਰ ਕੌਣ ਹੈ। ਇਹ ਰੁਪਏ ਇਨਕੋ ਚੜਾਵਤੇ ਹੈ, ਸੋ ਭੋਜਨ ਵਸਤਰ ਕਰਕੇ ਇਹ ਖੁਸ਼ੀ ਹੋਵੇਂਗੇ। ਇਹ ਬਚਨ ਬਾਬੇ ਦੇ ਸੁਣ ਕੇ ਬਾਲੇ ਨੇ ਆਖਿਆ, ਮਹਾਰਾਜ, ਮਹਿਤੇ ਕਾਲੂ ਦਾ ਡਰ ਹੈ। ਉਸਨੇ ਵਣਜ ਕਰਨੇ ਵਾਸਤੇ ਤੁਹਾਨੂੰ ਰੁਪਏ ਦਿੱਤੇ ਹਨ ਅਤੇ ਸੁਭਾਵ ਦਾ ਵੀ ਕਠੋਰ ਹੈ। ਸੋ ਤੁਸੀਂ ਜਾਣੋ, ਮੈਂ ਆਪ ਦਾ ਅਨੁਸਾਰੀ ਹਾਂ। ਜੋ ਤੁਸੀਂ ਹੀ ਮਹਿਤੇ ਕਾਲੂ ਨਾ ਸਮਝ ਲੈਣਾ। ਮੇਰੇ ਨਾਲ ਨਾ ਕੋਈ ਝਗੜੇ। ਮੈਂ ਆਪ ਦਾ ਅਨੁਸਾਰੀ ਹਾਂ, ਅੱਗੇ ਵੀ ਅਤੇ ਹੁਣ ਵੀ। ਜਿਸ ਤਰ੍ਹਾਂ ਆਗਿਆ ਦਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ। ਇਤਨਾ ਕਹਿ ਕਰ 20 ਰੁਪਏ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਹੱਥ ਦਿੱਤੇ। ਸੋ ਰੁਪਏ ਲੈ ਕਰ गुरु जी संतां दे पास जाए बैठे और कोमल बाणी से पहले नमस्कार करी। करुणा निधान गुरु जी ने पूछा, संत जी आप वस्त्र नहीं पहनते, हाथ नहीं आवता कि पहनते ही नहीं। रात दिन धुप पाला सर्दी गर्मी सहारते हो, बरखा पड़ती दिगंबर ही रहते हो। आपदा शरीर दिव्य जोत है, भस्म लगाए रखी है। इतना सुनकर संत ने कहा, हे भाई, हम निर्वाण साध हैं, वस्त्र का संयम ही रखना चाहिए है। और तैनू क्या प्रयोजन है पूछने का। ਤਾਂ ਬਾਲੇ ਕਿਹਾ, ਨਾਨਕ ਜੀ ਤੂੰ ਚੱਲ ਕੇ ਸੌਦਾ ਖਰੀਦ ਜੋ ਕੁਝ ਕਾਲੂ ਨੇ ਕਿਹਾ ਹੈ। ਤਾਂ ਨਾਨਕ ਜੀ ਆਖਿਆ, ਬਾਲਾ, ਮੈਨੂੰ ਪਿਤਾ ਨੇ ਖਰਾ ਸੌਦਾ ਖਰੀਦਣ ਆਖਿਆ ਹੈ। ਬਾਲਾ, ਤੂੰ ਵੀ ਮਸਲਤ ਖਰੇ ਸੌਦੇ ਖਰੀਦਣ ਦੀ ਦੇ, ਮੈਂ ਖਰਾ ਸੌਦਾ ਕਰਾਂ। ਤਾਂ ਬਾਲੇ ਕਿਹਾ, ਮੈਂ ਕਿਆ ਆਖਦਾ ਹਾਂ, ਤੂੰ ਪੁੱਤਰ ਹੈ ਤੇ ਉਹ ਪਿਤਾ ਹੈ। ਤਾਂ ਫਿਰ ਗੁਰੂ ਨਾਨਕ ਜੀ ਨੇ ਆਖਿਆ, ਸੰਤ ਜੀ ਤੁਮ ਵਸਤਰ ਨਹੀਂ ਪਹਿਨਤੇ ਤੋ ਭੋਜਨ ਵੀ ਨਹੀਂ ਕਰਦੇ ਹੋਵੋਗੇ। ਤਾਂ ਫਿਰ ਮਹੰਤ ਨੇ ਕਿਹਾ, ਅਰੇ ਬਾਲਕੇ, ਜੋ परमेश्वर भेजता है सो हम खाए लेते हैं, हम तो उदासी हैं, इस वास्ते हम उद्यान में बसते हैं, बस्ती में नहीं बसते। तो गुरु नानक जी ने कहा कि आपका नाम क्या है। संत ने कहा, हमारा नाम हमारा संत रेन है। सुनकर नानक जी बड़े प्रसन्न हुए और कहो ने, बाला, यह खरा सौदा मैं नहीं छड्ड सकदा। यह खरा सौदा है, इसमें तोटा नहीं वाधा ही है। ਤਾਂ ਬਾਲੇ ਕਿਹਾ, ਨਾਨਕ ਜੀ ਤੁਸੀਂ ਜਾਣੋ ਅਤੇ ਕਾਲੂ ਜਾਣੇ ਅਤੇ ਮੈਂ ਕੀ ਜਾਣਾ, ਇਹ ਖਰਾ ਸੌਦਾ ਹੈ ਜਾਂ ਖੋਟਾ ਹੈ। ਗੁਰੂ ਨਾਨਕ ਜੀ 20 ਰੁਪਏ ਲੈ ਕੇ ਬਾਲੇ ਪਾਸੋਂ ਮਹੰਤ ਦੇ ਅੱਗੇ ਰੱਖੇ। ਤਾਂ ਮਹੰਤ ਨੇ ਆਖਿਆ, ਅਰੇ ਬਾਲਕੇ, 20 रुपये हमारे किसी काम नहीं, तुझको बाप ने व्यापार के लिए दिए हैं, आते तू फकीरों को क्यों देता है। तेरी अवस्था छोटी है आते तेरा व्यवहार पिता दे अधीन है, सो बाप ने तेरे को किसी काम के वास्ते भेजा है, तू रुपए फकीरां नूं दिंदा है।
ਤਾਂ ਨਾਨਕ ਜੀ ਕਿਹਾ, ਸੁਣੋ ਸੰਤ ਜੀ, ਮੈਨੂੰ ਪਿਤਾ ਨੇ ਖਰਾ ਸੌਦਾ ਕਰਨੇ ਭੇਜਿਆ ਹੈ, ਸੋ ਇਹ ਖਰਾ ਸੌਦਾ ਹੈ, ਹੋਰ ਸੌਦੇ ਖੋਟੇ ਹਨ। ਤਾਂ ਮਹੰਤ ਨੇ ਕਿਹਾ, ਹੇ ਲੜਕੇ, ਤੇਰਾ ਨਾਂ ਕਿਆ ਹੈ, ਅਰ ਤੂੰ ਹੁੰਦਾ ਕੌਣ ਹੈ? ਤਾਂ ਨਾਨਕ ਜੀ ਕਿਹਾ, ਮੇਰਾ ਨਾਮ ਤੋ ਨਾਨਕ ਨਿਰੰਕਾਰੀ ਹੈ ਅਤੇ ਕਾਲੂ ਖੱਤਰੀ ਦਾ ਪੁੱਤਰ ਹਾਂ। ਤਾਂ ਮਹੰਤ ਬੋਲਿਆ, ਅਰੇ ਬਾਲਕ, ਇਹ ਕਿਆ ਨਾਨਕ ਨਿਰੰਕਾਰੀ ਅਤੇ ਕਾਲੂ ਖੱਤਰੀ ਕਾ ਬੇਟਾ ਕਿਆ? ਤਾਂ ਗੁਰੂ ਨਾਨਕ ਜੀ ਕਿਹਾ, ਹੇ ਮਹੰਤ ਜੀ, ਪਹਿਲੇ ਸਤਯੁਗ ਵਿੱਚ ਨਿਰੰਕਾਰ ਕੀ ਭਗਤੀ करी थी, सो हमारी पूरी नहीं हुई थी। त्रेते युग में और द्वापर युग में निरंकार जी की भक्ति करी थी, सो संपूर्ण हुई। तदपि हम निरंकार थे, अब भी निरंकार हैं। तो महंत ने कहा, अरे बालके, कुछ मांग। ਤਾਂ ਗੁਰੂ ਜੀ ਕਿਹਾ, मैं क्या मांगूं, एक निरंकार ही मांगता हूँ। महंत ने कहा, हे बालके, तू तो आप ही निरंकार हो रहा है, हम तुझको क्या देवे, पर यह काम कर, यह रुपये हमारे काम नहीं, इनका सीधा तुम जाय कर लियावो देवो, जो यह अतीत भोजन बनाए कर खावेंगे। तब गुरु नानक जी रुपये लेकर एक नगरी में गए। आटा चावल खंड घ्यो दोगद बर्तन सब कुछ लेकर संतां दे पास लियाकर रख दिए और मत्था टेकिया। महंत बोलिया, हे नानक जी, तुम आप निरंकार रूप हो, निरंकार ही नानक रूप धारिया है। असां ने अच्छी तरह खोज देखा है, सत्त बरत इन्हां बतीतों को बीत गए हैं, 7 दिन भुखियां लंघ गए हैं। हे शांत रूप नानक जी, अब तुम जावो। ਤਾਂ गुरु नानक मत्था टेकिया और बाले को साथ लेकर उठ चले। जब बाबा जी उठ आए ਤਾਂ उस महंत ਨੂੰ एक अतीत ने आके पूछा, जो महंत जी, इस बालके को तुमने उठाए क्यों दिया, उसने तुम्हारी सेवा करनी सी। ਤਾਂ महंत ने कहा, सुनो अतीत जी, वो आप निरंकार था और हमारी खबर के वास्ते आया सी। निरंकार जी ने भेजा था, हम तो अपना सीधा लेना था और सेवा नहीं करानी थी। उसका तेज हमारे से सहारा नहीं जाता था, इस वास्ते हमने उसको विदा दी है। ਅਤੇ ਗੁਰੂ ਨਾਨਕ ਜੀ ਉਹਨਾਂ ਸਾਧੂਆਂ ਕੋਲੋਂ ਉੱਠ ਕਰ ਜਾਂ 2-3 ਕੋਸ ਆਏ ਤਾਂ ਗੁਰੂ ਨਾਨਕ ਜੀ ਬਾਲੇ ਨੂੰ ਪੁੱਛਣ ਲੱਗੇ, ਹੇ ਭਾਈ ਬਾਲਾ, ਅਸਾਂ ਕਿਆ ਕੀਤਾ? ਤਾਂ ਬਾਲੇ ਆਖਿਆ, ਸੁਣ ਨਾਨਕ ਜੀ, ਮੈਂ ਕੁਛ ਰੁਪਏ ਖਾਏ ਨਹੀਂ ਲੀਤੇ, ਤੁਸਾਂ ਮੰਗੇ ਸੋ ਮੈਂ ਤੁਹਾਨੂੰ ਕੱਢ ਦਿੱਤੇ ਹੈ ਸਨ। ਤਾਂ ਗੁਰੂ ਨਾਨਕ ਜੀ ਕਿਹਾ, ਭਾਈ ਬਾਲਾ, ਅਸੀਂ ਭੁੱਲੇ ਕਿਉਂ? ਤਾਂ ਬਾਲੇ ਆਖਿਆ, ਹੇ ਨਾਨਕ ਜੀ, ਤੂੰ ਜਾਣ, ਜੇ ਭੁੱਲਾ ਹੈ ਤਾਂ ਤੂੰ ਜਾਣ, ਜੇ ਨਹੀਂ ਭੁੱਲਾ ਤਾਂ ਤੂੰ ਜਾਣ। ਜੈਸੇ ਅੱਲੜ ਤੁਸੀਂ ਹੋ, ਤੈਸਾ ਅੱਲੜ ਮੈਂ ਹਾਂ। ਅੱਗੇ ਕਾਲੂ ਜਾਣੇ ਜਾਂ ਤੁਸੀਂ ਜਾਣੋ। ਐਸੇ ਬਾਤਾਂ ਕਰਦੇ ਕਰਦੇ ਤਲਵੰਡੀ ਦੇ ਨਿਕਟ ਪਹੁੰਚੇ ਤਾਂ ਨਾਨਕ ਜੀ ਡਰਦੇ ਪਿਤਾ ਪਾਸੋਂ
गाँव में ना बढ़े। एक तलाब सी, पानी उसमें नहीं था। वहाँ बैठ रहे। और बाला अपने घर आए बढ़िया। ते गुरु नानक जी घर गए ही नहीं, बाहर ही रहे। ਤਾਂ ਕਾਲੂ ਨੂੰ ਖਬਰ ਹੋਈ, ਜੋ ਬਾਲਾ ਆਪਣੇ ਘਰ ਆਏ ਵੜਿਆ ਹੈ ਤੇ ਨਾਨਕ ਜੀ ਨਹੀਂ ਆਇਆ। ਤਾਂ ਕਾਲੂ ਨੇ ਨਫਰ ਭੇਜ ਕੇ ਬਾਲੇ ਨੂੰ ਬੁਲਾਇਆ। ਤਾਂ ਬਾਲਾ ਕਾਲੂ ਜੀ ਦਾ ਫਰਮਾਨ ਸੁਣ ਕਰ ਘਰ ਤੋਂ ਆਇਆ। ਜਦ ਪਾਸ ਗਿਆ ਤਾਂ ਕਾਲੂ ਨੇ ਪੁੱਛਿਆ, ਅਬੋ ਬਾਲਾ, ਨਾਨਕ ਜੀ ਕਿੱਥੇ ਹੈ ਅਤੇ ਰੁਪਏ ਕਿੱਥੇ ਹੈ ਨਹੀਂ, ਅਤੇ ਕਿਤੇ ਰੁੱਸ ਰਿਹਾ ਹੈ ਅਤੇ ਵਪਾਰ ਵਿੱਚ ਲੱਗ ਰਿਹਾ ਹੈ। ਤਾਂ ਬਾਲੇ ਨੇ ਬੈਠ ਕਰ ਆਖਿਆ, ਹੇ ਮਹਿਤਾ ਜੀ, ਨਾਨਕ ਜੀ 12 ਕੋ ਪੈਂਡਾ ਜਦ ਗਏ ਤਾਂ ਇੱਕ ਬਣ ਆਇਆ। ਇੱਕ ਸੰਤ ਮੰਡਲੀ ਬਾਹਾਂ ਉਤਰੀ ਹੋਈ ਥੀ। ਤਿੰਨਾਂ ਨੂੰ ਦੇਖ ਕੇ ਜਾਂਦਿਆਂ ਜਾਂਦਿਆਂ ਖੜ੍ਹੇ ਹੋ ਗਏ ਅਤੇ ਰੁਪਏ ਮੈਥੋਂ ਲੈ ਕੇ ਉਹਨਾਂ ਫ਼ਕੀਰਾਂ ਨੂੰ ਖਵਾਈ ਦਿੱਤੇ ਹਨ। ਤਾਂ ਕਾਲੂ ਨੇ ਆਖਿਆ, ਅਰੇ ਬਾਲਾ, ਮੈਂ ਜੋ ਤੈਨੂੰ ਨਾਨਕ ਦੇ ਨਾਲ ਭੇਜਿਆ ਸੋ ਕਿੱਥੇ ਇਸੇ ਵਾਸਤੇ ਭੇਜਿਆ ਸੀ ਜੋ ਰੁਪਏ ਫ਼ਕੀਰਾਂ ਕੋਲ ਖਵਾਏ ਆਵੇਂ। ਤਾਂ ਬਾਲੇ ਨੇ ਆਖਿਆ, ਹੇ ਮਹਿਤਾ ਜੀ, ਤੈਂ ਜੋ ਨਾਨਕ ਨੂੰ ਖਰਾ ਸੌਦਾ ਕਰਨ ਵਾਸਤੇ ਆਖਿਆ ਸੀ, ਜੋ ਤੂੰ ਖਰਾ ਸੌਦਾ ਕਰੀਂ ਸੋ ਨਾਨਕ ਜੀ ਨੇ ਖਰਾ ਸੌਦਾ ਕੀਤਾ ਹੈ, ਭਾਵੇਂ ਕੂਕ ਭਾਵੇਂ ਨਹੀਂ ਕੂਕ। ਤਾਂ ਕਾਲੂ ਆਖਿਆ, ਹੇ ਬਾਲਾ, ਤੂੰ ਮੈਨੂੰ ਦੱਸ ਤਾਂ ਸਹੀ ਜੋ ਨਾਨਕ ਹੁਣ ਕਿੱਥੇ ਹੈ। ਤਾਂ ਭਾਈ ਬਾਲਾ ਅਤੇ ਕਾਲੂ ਨਾਨਕ ਜੀ ਨੂੰ ਢੂੰਢਣ ਵਾਸਤੇ ਚੱਲੇ ਅਤੇ ਮਾਤਾ ਤ੍ਰਿਪਤਾ ਜੀ ਸੁਣ ਕਰ ਵੱਡੀ ਸੁਕਾਤਰ ਹੋਏ ਕਰ ਪਛਤਾਵਣੇ ਲੱਗੀ ਅਤੇ ਨਾਨਕ ਜੀ ਦੇ ਢੂੰਢਣ ਵਾਸਤੇ ਹੋਰ ਨਫਰਾਂ ਨੂੰ ਦੌੜਾਇਆ ਅਤੇ ਨਾਨਕੀ ਜੀ ਨੂੰ ਭੇਜਿਆ ਅਰ ਕਿਹਾ, ਹੇ ਬੀਬੀ, ਤੇਰੇ ਪਿਤਾ ਕੋ ਵੱਡਾ ਕ੍ਰੋਧ ਹੋਏ ਰਿਹਾ ਹੈ। ਦੇਖ ਕਿਤੇ ਨਾਨਕ ਜੀ ਕੋ ਕੁਛ ਦੁੱਖ ਨਾ ਦੇਵੇ। ਤਾਂ ਅੱਗੇ ਕਾਲੂ ਤੇ ਭਾਈ ਬਾਲਾ ਚਲੇ ਜਾਂਦੇ ਸੀ। ਤਲਵੰਡੀ ਦੇ ਬਾਹਰ ਜਹਾਂ ਸ੍ਰੀ ਗੁਰੂ ਨਾਨਕ ਜੀ ਬੈਠੇ ਥੇ। ਕਾਲੂ ਨੂੰ ਨਾਲ ਲੈ ਕੇ ਜਾਏ ਵਿਖਾਇਆ। ਤਾਂ ਕਾਲੂ ਨੂੰ ਜਾਇ ਕਰ ਦੇਖਿਆ, ਬੜਾ ਕ੍ਰੋਧ ਆਇਆ। ਪਕੜ ਲੀਤਾ ਤੇ ਪੁੱਛਿਆ, ਅਵੋ ਨਾਨਕ, 20 ਰੁਪਏ ਜੋ ਤੈਨੂੰ ਦਿੱਤੇ ਸਨ ਸੋ ਕਿੱਥੇ ਹੈ ਨੀ। ਤਾਂ ਗੁਰੂ ਨਾਨਕ ਜੀ ਨੂੰ 2 ਤਮਾਚੇ ਸੱਜੇ ਹੱਥ ਦੇ ਖੱਬੀ ਗੱਲ੍ਹ ਉੱਪਰ ਮਾਰੇ ਤੇ ਸੱਜੀ ਗੱਲ੍ਹ ਤੇ 2 ਤਮਾਚੇ ਖੱਬੇ ਹੱਥ ਦੇ ਮਾਰੇ। ਇਤਨੇ ਨੂੰ ਬੀਬੀ ਨਾਨਕੀ ਜੀ ਪਹੁੰਚੀ ਤੇ ਪਿਤਾ ਦੇ ਅੱਗੇ ਮੱਥਾ ਟੇਕਿਆ ਤੇ ਮੁੱਖ ਤੇ ਕਿਹਾ, ਹੇ ਪਿਤਾ ਜੀ, ਅਬ ਬਖਸ਼ੀਏ। ਨਾਨਕ ਦੀਆਂ ਗੱਲਾਂ ਤੇ ਨੀਲ ਪੈ ਗਏ ਪਰ ਗੁਰੂ ਨਾਨਕ ਜੀ ਬੋਲੇ ਨਹੀਂ। ਨੇਤਰਾਂ ਤੋਂ ਜਲ ਵਗਿਆ ਜਾਵੇ। ਤਾਂ ਇੱਕ ਆਦਮੀ ਨੇ ਰਾਏ ਬੁਲਾਰ ਨੂੰ ਕਿਹਾ। ਰਾਏ ਬੁਲਾਰ ਨੂੰ ਜਾ ਕੇ ਕਿਹਾ, ਹੇ ਰਾਏ ਜੀ, ਕਾਲੂ ਪਟਵਾਰੀ ਨੇ ਪੁੱਤਰ ਨੂੰ ਡਾਢੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛੁਡਾਇਆ ਹੈ। ਇਹ ਸੁਣ ਰਾਏ ਨੇ ਆਦਮੀ ਭੇਜ ਕੇ ਮਹਿਤੇ ਕਾਲੂ ਨੂੰ ਸੱਦਿਆ। ਤਾਂ ਆਦਮੀ ਆ ਕੇ ਕਿਹਾ, ਹੇ ਕਾਲੂ, ਰਾਏ ਬੁਲਾਉਂਦਾ ਹੈ ਤੇ ਗੁਰੂ ਨਾਨਕ ਨੂੰ ਵੀ ਨਾਲ ਲੈ। ਤਾਂ ਅੱਗੋਂ ਕਿਹਾ, ਸੁਣ ਭਾਈ, ਮੈਂ ਕਿਆ ਕਰਾਂ, ਇਸ ਪੁੱਤਰ ਨੇ ਮੈਨੂੰ ਚੌੜ ਕਰ ਛੱਡਿਆ, ਪੱਟ ਛੱਡਿਆ ਸੋ। ਤਾਂ ਰਾਏ ਦੇ ਆਦਮੀ ਕਿਹਾ,
ਕਾਲੂ ਉੱਥੇ ਤਾਂ ਚੱਲ। ਤਾਂ ਬਾਬਾ ਨਾਨਕ ਜੀ ਤੇ ਕਾਲੂ ਰਾਏ ਬੁਲਾਰ ਦੇ ਪਾਸ ਪਹੁੰਚੇ। ਤਾਂ ਰਾਏ ਬੁਲਾਰ ਦੇਖਦਿਆਂ ਹੀ ਗੁਰੂ ਨਾਨਕ ਜੀ ਤੇ ਕਾਲੂ ਨੂੰ ਬਰਾਗ ਛੁੱਟ ਗਿਆ ਤੇ ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਲੀਤਾ ਤੇ ਮੱਥਾ ਚੁੰਮਿਆ ਉਸ ਤੇ ਕਾਲੂ ਨੂੰ ਦੇਖ ਕੇ ਬੜਾ ਕ੍ਰੋਧ ਆਇਆ। ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਲੀਤਾ ਤੇ ਮੱਥਾ ਚੁੰਮਿਆ ਉਸ ਤੇ ਕਾਲੂ ਨੂੰ ਦੇਖ ਕੇ ਬੜਾ ਕ੍ਰੋਧ ਵਿੱਚ ਆਇਆ ਤੇ ਕਿਹਾ ਉਸ, ਸੁਣ ਕਾਲੂ, ਮੈਂ ਤੈਨੂੰ ਕਿਹਾ ਸੀ ਤੂੰ ਜੋ ਨਾਨਕ ਜੀ ਨੂੰ ਬੁਰਾ ਨਾ ਬੋਲੀ, ਤੇ ਤੂੰ ਨਾਨਕ ਜੀ ਨੂੰ ਅਜਿਹੀ ਮਾਰ ਮਾਰੀ ਹੈ। ਦੇਖ ਕੇ ਲੋਕ ਤਰਾਸ ਕਰਦੇ ਤੇ ਦੁਖੀ ਹੁੰਦੇ ਹਨ। ਸੁਣ ਕਾਲੂ, ਨਾ ਤੈਨੂੰ ਮੇਰੇ ਕਹੇ ਦਾ ਡਰ ਹੈ ਤੇ ਨਾ ਪਰਮੇਸ਼ਰ ਦਾ, ਅਤੇ ਨਾ ਤੈਨੂੰ ਪੁੱਤਰ ਦਾ ਮੋਹ ਹੋਇਆ ਜੋ ਮੇਰੇ ਘਰ ਇੱਕੋ ਪੁੱਤਰ ਹੈ। ਕਾਲੂ, ਤੂੰ ਵੱਡਾ ਰਾਖਸ਼ ਹੈ। ਤੇਰੇ ਘਰ ਦੇ ਲਾਇਕ ਗੁਰੂ ਨਾਨਕ ਨਹੀਂ। ਮੈਂ ਕਿਆ ਕਰਾਂ? ਇਸ ਨੂੰ ਮੈਂ ਆਪਣੇ ਘਰ ਵਿੱਚ ਰੱਖ ਸਕਦਾ। ਤੂੰ ਇਸ ਦੀ ਅਵੱਗਿਆ ਜਿਤਨੀ ਕਰਦਾ ਹੈ ਸੋ ਅੱਛੀ ਨਹੀਂ ਕਰਦਾ। ਇਸ ਨੂੰ ਜਿਤਨਾ ਤਰਾਸ ਦਿੰਦਾ ਹੈ ਬਹੁਤ ਬੁਰਾ ਕਰਦਾ ਹੈ। ਇਹ ਸਾਰੇ ਦੋਸ਼ ਮੈਨੂੰ ਲੱਗਦੇ ਹਨ। ਇਹ ਕਲਾ ਵਾਲਾ ਲੋਕ ਹੈ, ਪਰਮੇਸ਼ਰ ਦਾ ਬਲੀ ਹੈ। ਰਾਏ ਦੀਆਂ ਅੱਖੀਆਂ 'ਤੇ ਜਲ ਤੁਰਿਆ ਜਾਵੇ ਤੇ ਬਰਾਗ ਥੰਮੀਏ ਨਹੀਂ। ਬਾਬਾ ਜੀ ਦੇ ਮੋਹ ਕਰਕੇ ਕੰਠ ਰਾਏ ਦਾ ਗਦਗਦ ਹੋ ਗਿਆ। ਅਰ ਕਾਲੂ ਤੇ ਸਖਤ ਸੁਭਾਅ ਕਰਕੇ ਰਾਏ ਦਾ ਤਨ ਕ੍ਰੋਧ ਕਰਕੇ ਥਰ ਕਾਂਪਦਾ ਹੈ। ਤੇ ਕਿਹਾ, ਸੁਣ ਕਾਲੂ, ਅੱਜ ਤੀਕਰ ਮੈਂ ਤੈਨੂੰ ਕਦੀ ਖੋਟਾ ਵਚਨ ਨਹੀਂ ਕਿਹਾ ਤੇ ਅੱਜ ਮੈਂ ਤੈਨੂੰ ਆਖਦਾ ਹਾਂ, ਸੁਣ, ਤੂੰ ਕੀ ਕੰਮ ਕੀਤਾ? ਨਾਨਕ ਨੂੰ ਐਸੀ ਮਾਰ ਮਾਰਨੀ ਆਹੀ ਜੋ ਉਸ ਦੇ ਮੂੰਹ 'ਤੇ ਐਸੇ ਦਾਗ ਪਾ ਦਿੱਤੇ ਨੀ। ਤੂੰ ਬੜਾ ਜਲਾਦ ਹੈ, ਵੱਡਾ ਕਠੋਰ ਹੈ। ਤਾਂ ਕਾਲੂ ਡਰ ਕੇ ਲੱਗਾ ਆਖਣ, ਰਾਏ ਜੀ, ਮੈਂ ਕਿਆ ਕਰਾਂ? ਤੁਸੀਂ ਜਦ ਕਦ ਮੇਰੇ ਨਾਲ ਹੀ ਲੜਦੇ ਹੋ। ਮੈਂ ਇਸ ਨੂੰ ਬਥੇਰਾ ਸਮਝਾ ਰਿਹਾ ਹਾਂ ਕਿ ਨਾਨਕ, ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ। ਸਿਆਣਾ ਹੋ। ਮੈਂ 20 ਰੁਪਏ ਇਸ ਨੂੰ ਦਿੱਤੇ ਤੇ ਨਫਰ ਇਸ ਨਾਲ ਬਾਲਾ ਦਿੱਤਾ। ਸੋ ਬਾਲਾ ਆਖਣ ਲੱਗਾ, ਮਹਿਤਾ ਜੀ, ਨਾਨਕ ਜਾਂਦਿਆਂ ਹੀ ਰੁਪਏ ਫਕੀਰਾਂ ਨੂੰ ਦੇ ਦਿੱਤੇ ਸੋ। ਜਿਸ ਦਿਨ ਦਾ ਇਹ ਜਨਮਿਆ ਹੈ ਤੇ ਹੋਸ਼ ਸੰਭਾਲੀ, ਕਈ ਵਾਰੀ ਇਸ ਘਰ ਉਜਾੜਿਆ ਹੈ। ਫਿਰ ਰੁਪਏ ਤਾਂ ਦਿੱਤੇ ਬਾਹਰ ਜੰਗਲ ਵਿੱਚ, ਜਿੱਥੇ ਪਾਣੀ ਵੀ ਨਹੀਂ ਮਿਲਦਾ ਉੱਥੇ ਲੁਕ ਬੈਠਾ। ਬਾਲੇ ਘਰ ਆਏ ਨੂੰ ਪੁੱਛਿਆ ਤਾਂ ਇਸ ਨੇ ਦੱਸਿਆ ਹੈ। ਇਹ ਸੁਣ ਕੇ ਰਾਏ ਬੁਲਾਰ ਨੇ ਬਾਲੇ ਨੂੰ ਸੱਦ ਪੁੱਛਿਆ। ਸਭ ਹਕੀਕਤ ਜਿਉਂ ਬੀਤੀ ਸੀ ਰਾਏ ਕੋ ਸੁਣਾਈ। ਤਾਂ ਰਾਏ ਕਾਲੂ ਨੂੰ ਕਿਹਾ, ਸੁਣ ਕਾਲੂ, ਤੇਰੀ ਪਾਰਬਦ ਖੋਟੀ ਹੈ। ਤੂੰ ਇਸ ਨਾਨਕ ਦੀ ਕਦਰ ਨਹੀਂ ਜਾਣਦਾ। ਜਿਉਂ ਕਿਸੇ ਪਾਸ ਪਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁੱਟ ਦੇਵੇ ਤੇ ਕੌਡੀਆਂ ਦੇ ਮਗਰ ਫਿਰੇ। ਜਿੱਦਾਂ ਕਿਸੇ ਅਣਜਾਣ ਨੂੰ ਜਵਾਹਰ ਮਿਲੇ, ਉਹ ਉਸ ਦੀ ਸਾਰ ਨਹੀਂ ਜਾਣਦਾ। ਇਸੀ ਤੇ ਕੰਗਾਲ ਹੈ। ਤੇ ਮੈਂ ਕਿਆ ਕਰਾਂ? ਮੇਰਾ ਤਨ ਮੁਸਲਮਾਨ ਹੈ, ਇਹ ਹਿੰਦੂ ਹੈ। ਇਸ ਯੋਗਤਾ ਕਰਕੇ ਮੈਂ ਕੁਛ ਕਰ ਨਹੀਂ ਸਕਦਾ। ਤੇ ਕਾਲੂ, ਤੈਨੂੰ ਧਨ ਦੀ ਤ੍ਰਿਸ਼ਨਾ ਹੈ। ਜੋ ਇਹਨਾਂ ਦੇ ਸਰੀਰ ਦਾ ਖਰਚ ਹੈ ਤੂੰ ਮੇਰੇ ਘਰ 'ਤੇ ਲੈ ਲਿਆ ਕਰ। ਇਤਨਾ ਕਹਿ ਕਰ ਰਾਏ ਬੁਲਾਰ ਦਾ ਨੌਕਰ, ਜਿਸ ਦਾ ਨਾਮ
ਉਮੈਦਾ ਹੈ ਸੀ। ਤਿਸ ਨੂੰ ਰਾਏ ਨੇ ਆਖਿਆ, ਜਾਵੋ ਉਮੈਦਾ, ਤੂੰ ਮੇਰੇ ਘਰ ਤੋਂ 20 ਰੁਪਏ ਕਾਲੂ ਨੂੰ ਲਿਆ ਦੇ। ਤਾਂ ਉਹ ਉਮੈਦਾ ਰਾਏ ਬੁਲਾਰ ਦੀ ਰਾਣੀ, ਜਿਸ ਦੀ ਜਾਤ ਖੋਖਰਾਂ ਸੀ, ਤਿਸ ਪਾਸੋਂ 20 ਰੁਪਏ ਜਾਏ ਮੰਗੇ। ਰਾਣੀ ਖੋਖਰਾਂ ਰੁਪਏ ਦਿੱਤੇ। ਨੌਕਰ ਨੇ ਲੈ ਆਂਦੇ, ਕਾਲੂ ਦੇ ਹੱਥ ਦਿੱਤੇ। ਕਾਲੂ ਲਏ ਨਹੀਂ ਅਤੇ ਰਾਏ ਮੋੜੇ ਨਹੀਂ। ਰਾਏ ਬੁਲਾਰ ਨੇ ਕਿਹਾ, ਮੈਂ ਕਿਆ ਕਰਾਂ, ਜੋ ਮੇਰੇ ਘਰ ਨਾਨਕ ਜੀ ਰਹਿ ਨਹੀਂ ਸਕਦਾ, ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖਾਂ। ਤੇ ਹੁਣ ਤੇਰੇ ਘਰ ਰੱਖਦੇ ਹਾਂ। ਅੱਜ ਕੱਲ੍ਹ ਕਿੱਥੋਂ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਆਹੇ। ਤਾਂ ਕਾਲੂ ਰੁਪਏ ਲਵੇ ਨਹੀਂ। ਅਤੇ ਕਾਲੂ ਕਹੇ, ਰਾਏ ਜੀ, ਇਹ ਰੁਪਏ ਕਿਸ ਦੇ? ਅਸੀਂ ਕਿਸ ਦੇ ਹਾਂ ਅਤੇ ਨਾਨਕ ਕਿਸ ਦਾ ਹੈ? ਇਹ ਸਭ ਕੁਝ ਆਪ ਦਾ ਹੀ ਹੈ। ਮੈਂ ਰੁਪਇਆਂ ਨੂੰ ਨਹੀਂ ਝੂਰਦਾ। ਰਾਏ ਨੇ ਕਿਹਾ, ਕਾਲੂ, ਜੋ ਕੁਛ ਤੂੰ ਕਰਦਾ ਹੈ ਸੋ ਭਲਾ ਨਹੀਂ ਕਰਦਾ। ਪਰ ਤੂੰ ਰੁਪਏ ਲੈ, ਅਤੇ ਜਿਤਨਾ ਚਿਰ ਨਾਨਕ ਜੀ ਅਵਾਣਾ ਸਿਆਣਾ ਹੈ, ਤਿਤਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ। ਤਾਂ ਫਿਰ ਕਾਲੂ ਰੁਪਏ ਦੇਵੇ ਅਤੇ ਰਾਏ ਜੀ ਲਵੇ ਨਹੀਂ। ਤਾਂ ਉਮੈਦੇ ਕਿਹਾ, ਕਾਲੂ ਰੁਪਏ ਲੈ ਲੈ ਅਤੇ ਰਾਏ ਜੀ ਦਾ ਆਖਿਆ ਫੇਰ ਨਹੀਂ। ਤਾਂ ਕਾਲੂ ਨੇ ਰੁਪਏ ਲੈ ਲਿੱਤੇ ਅਤੇ ਰੁਪਏ ਲੈ ਕੇ ਕਾਲੂ ਹੈਰਾਨ ਹੋਏ ਰਿਹਾ। ਰਾਏ ਨੇ ਕਿਹਾ, ਕਾਲੂ, ਅੱਜ ਥੀਂ ਲੇਕਰ ਨਾਨਕ ਜੀ ਨੂੰ ਪੁਸ਼ਾਕਾਂ ਵੀ ਅਸੀਂ ਬਣਵਾਏ ਦੇਵਾਂਗੇ। ਖਰਚ ਵੀ ਇਸ ਦਾ ਸਾਡੇ ਘਰੋਂ ਲੀਤਾ ਕਰ। ਤੂੰ ਮਾਇਆ ਦੇ ਲੋਭ ਕਰ। ਐਸੇ ਸੱਤ ਧਰਮ ਵਾਲੇ ਨਾਨਕ ਪਰਮੇਸ਼ਰ ਦੇ ਪਿਆਰੇ ਨੂੰ ਨਲਾਇਕ ਨਾ ਕਹੀਂ। ਜਿਤਨਾ ਤੇਰੇ ਘਰ ਦਾ ਦਰਬ ਨਾਨਕ ਗਵਾਇਆ ਹੈ, ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਲੈ। ਰਾਏ ਦੇਵੇ ਅਤੇ ਕਾਲੂ ਲਵੇ ਨਹੀਂ। ਬਾਰੰਬਾਰ ਰਾਏ ਬੁਲਾਰ ਇਹੀ ਆਖਿਆ, ਕਾਲੂ, ਤੇਰੇ ਪੁੱਤਰ ਨੇ ਜਗਤ ਦੇ ਬੰਧਨਾਂ ਕੋ ਹਟਾਵਣੇ ਵਾਸਤੇ ਮਨੁੱਖ ਦੇ ਧਾਰੀ ਹੈ। ਇਹ ਤੇਰਾ ਪੁੱਤਰ ਤਾਂ ਸੰਤ ਹੈ, ਇਸ ਨੂੰ ਵੇਖੀ ਕਦੀ ਝਿੜਕ ਦੂੰ। ਤਾਂ ਕਾਲੂ ਬੜਾ ਲੱਜਤ ਹੋ ਗਿਆ। ਆਪਣੇ ਘਰ ਆਇਆ। ਤਲਵੰਡੀ ਦੇ ਜਿਤਨੇ ਲੋਕ ਖੱਤਰੀ, ਬ੍ਰਾਹਮਣ, ਹਿੰਦੂ, ਤੁਰਕ ਆਹੇ ਅਰ ਜੱਟ ਬੂਟ, ਜੋ ਸਭ ਕਾਲੂ ਨੂੰ ਬੁਰਾ ਆਖਣ ਲੱਗੇ। ਕੋਈ ਸਲਾਹੇ ਨਹੀਂ ਅਤੇ ਕਹਿਣ ਲੱਗੇ, ਦੇਖੋ ਭਾਈ, ਪਹਿਲੋਂ ਤੋਂ ਕਾਲੂ ਨੇ ਐਸਾ ਨਿਰਦਈ ਹੋ ਕੇ ਪੁੱਤਰ ਨੂੰ ਮਾਰਿਆ ਹੈ। ਚੰਡਾਲ ਦੀ ਤਰ੍ਹਾਂ ਮਾਰ ਪੁੱਤਰ ਨੂੰ ਕੀਤੀ ਹੈ। ਸੋ ਦੂਜਾ ਰਾਏ ਬੁਲਾਰ ਪਾਸੋਂ ਰੁਪਏ ਵੀ ਲੀਤੇ ਹੈ। ਸੋ ਤਾਂ ਫਿਰ ਅਗਲੇ ਦਿਨ ਕਾਲੂ ਰਾਏ ਬੁਲਾਰ ਪਾਸ ਆਇਆ। ਆਇਕਰ ਰਾਏ ਬੁਲਾਰ ਦੇ ਪੈਰਾਂ ਪਰ ਢਹਿ ਪਿਆ ਅਤੇ ਆਖਿਆ, ਉਸ ਰਾਏ ਜੀ, ਮੇਰੀ ਜਗ੍ਹਾ 'ਤੇ ਹੋਰ ਕੋਈ ਨਹੀਂ। ਇਹ ਰੁਪਏ ਤੁਸੀਂ ਆਪਣੇ ਫੇਰ ਲਵੋ ਜੀ। ਤਾਂ ਰਾਏ ਬੁਲਾਰ ਨੇ ਕਿਹਾ, ਹੇ ਕਾਲੂ, ਇਹ ਰੁਪਏ ਅਸਾਂ ਤੈਨੂੰ ਨਹੀਂ ਦਿੱਤੇ। ਅਸਾਂ ਗੁਰੂ ਨਾਨਕ ਜੀ ਦੇ ਰੁਪਏ ਦੇਵਣੇ ਆਹੇ, ਸੋ ਅਸਾਂ ਨੇ ਦਿੱਤੇ ਹਨ। ਫੇਰ ਅਸੀਂ ਤੇਰੇ ਪਾਸੋਂ ਰੁਪਏ ਕਿਹੇ ਲਈਏ? ਤਾਂ ਕਾਲੂ ਨੇ ਕਿਹਾ, ਹੇ ਰਾਏ ਜੀ, ਨਾਨਕ ਦੇ ਪਾਸ ਰੁਪਏ ਕਿੱਥੋਂ ਆਹੇ, ਜੋ ਤੁਸਾਂ ਉਸ ਪਾਸੋਂ ਉਧਾਰ ਲੀਤੇ ਆਹੇ। ਤਾਂ ਰਾਏ ਬੁਲਾਰ ਨੇ ਕਿਹਾ, ਕਾਲੂ, ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ। ਜਿਤਨੀ ਮਾਇਆ ਇਸ ਜਹਾਨ ਉੱਪਰ ਦੁਨੀਆ ਵਿੱਚ ਹੈ, ਸਭ ਇਸੇ ਦੀ ਹੈ। ਸਭ ਦੌਲਤ ਦੁਨੀਆ
ਦਾ ਇਹ ਮਾਲਕ ਹੈ। ਘੋੜੇ, ਰਥ, ਦੌਲਤ, ਹੁਕਮ ਇਹ ਸਭ ਨਾਨਕ ਜੀ ਦਾ ਹੀ ਸਦਕਾ ਹੈ। ਮੈਂ ਇਸ ਦਾ ਹੀ ਦਿੱਤਾ ਖਾਂਦਾ ਹਾਂ। ਅਸੀਂ ਛੋੜ ਕੇ ਹੇ ਕਾਲੂ, ਸੰਸਾਰ ਸਾਰਾ ਹੀ ਇਸ ਦਾ ਦਿੱਤਾ ਖਾਂਦਾ ਹੈ। ਇਸ ਬਾਤ ਨੂੰ ਸੁਣ ਕਰ ਲੋਕ ਸਭ ਜਿਹੜੇ ਬੈਠੇ ਸਨ ਉਹਨਾਂ ਦੀ ਨਿਸ਼ਾ ਹੋਈ ਗਈ। ਤਬ ਕਾਲੂ ਘਰ ਨੂੰ ਆਇਆ। ਬੋਲੋ ਭਾਈ ਵਾਹਿਗੁਰੂ।